ਧੰਨ ਵਾਹਿਗੁਰੂ ਸਾਹਿਬ ਜੀ। ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ। ਇਸ ਪਾਵਨ ਸ਼ਬਦ ਵਿੱਚ ਬਾਬਾ ਕਬੀਰ ਜੀ ਨੇ ਐਂ ਲੱਗਦਾ ਜਿਵੇਂ ਸਾਡਾ ਨਕਸ਼ਾ ਖਿੱਚਿਆ ਹੋਵੇ, ਸਾਡੀ ਬਿਰਤੀ ਨੂੰ ਉਜਾਗਰ ਕੀਤਾ ਹੋਵੇ। ਬੜੇ ਪਿਆਰੇ ਸ਼ਬਦ ਗੁਰੂ ਕੇ ਸਵਾਰੇ ਸ਼ਰਵਣ ਕਰਵਾ ਰਹੇ ਸਨ। ਸੁਣਿਆ ਕਰੋ, ਸਮਝਿਆ ਕਰੋ, ਸ਼ਬਦਾਂ ਦੇ ਵਿੱਚੋਂ ਕੁਝ ਸੇਧ ਪ੍ਰਾਪਤ ਕਰਨ ਦਾ ਯਤਨ ਕਰਿਆ ਕਰੀਏ। ਬਹੁਤ ਕੀਰਤਨ ਹੋ ਰਹੇ ਹਨ, ਬਹੁਤ ਪਾਠ ਹੋ ਰਹੇ ਹਨ, ਬਹੁਤ ਵਿਚਾਰਾਂ ਹੋ ਰਹੀਆਂ ਹਨ, ਪਰ ਕੌਮ ਅੱਗੇ ਨੂੰ ਤੁਰਨ ਦੀ ਬਜਾਏ ਪਿੱਛੇ ਨੂੰ ਜਾ ਰਹੀ ਹੈ। ਇਹ ਬਹੁਤ ਮੁਸ਼ਕਿਲ ਵਾਲੀ ਗੱਲ ਹੈ ਵੀ ਅਸੀਂ ਗਾਂਹ ਨੂੰ ਵਧਣ ਦੀ ਬਜਾਏ ਸਾਡੀਆਂ ਪੀੜ੍ਹੀਆਂ, ਸਾਡੇ ਬੱਚੇ, ਸਾਡੀ ਜਨਰੇਸ਼ਨ ਧਰਮ ਤੋਂ ਹੌਲੀ ਹੌਲੀ ਦੂਰ ਹੋ ਰਹੀ ਹੈ। ਇਹ ਨਹੀਂ ਹੋ ਰਿਹਾ ਵੀ ਸਾਡੇ ਬੱਚੇ ਵੱਧ ਰਹੇ ਹਨ ਇਸ ਬੰਨੇ ਨੂੰ, ਸਗੋਂ ਇਹ ਹੋ ਰਿਹਾ ਹੈ ਵੀ ਸਾਡੀਆਂ ਪੀੜ੍ਹੀਆਂ, ਸਾਡੀਆਂ ਜਨਰੇਸ਼ਨਾਂ, ਸਾਡੀਆਂ ਜਥੇਬੰਦੀਆਂ, ਸਾਡੇ ਕੌਮ ਦੇ ਆਗੂ, ਇੱਕ ਨਹੀਂ, ਬੱਚਿਆਂ ਦਾ ਨਹੀਂ ਇਕੱਲਾ ਕਸੂਰ, ਤੁਹਾਡੀਆਂ ਵੱਡੀਆਂ ਵੱਡੀਆਂ ਜਥੇਬੰਦੀਆਂ, ਤੁਹਾਡੇ ਧਰਮ ਦੇ ਆਗੂ, ਤੁਹਾਡੇ ਧਰਮ ਪ੍ਰਚਾਰਕ ਸਾਰੇ ਹੀ ਪੈਰ ਪਿੱਛੇ ਨੂੰ ਪੁੱਟ ਰਹੇ ਹਨ, ਅੱਗੇ ਨਹੀਂ ਵਧ ਰਹੇ। ਕਹਿੰਦਿਆਂ ਕਹਾਉਂਦਿਆਂ ਸਾਰੀਆਂ ਗੱਲਾਂ ਬਾਤਾਂ ਕਰਦਿਆਂ ਸੋ ਸਮਝੀਏ, ਜਾਣੀਏ। ਬਾਣੀ 'ਚ ਬੜੇ ਪਿਆਰੇ ਸ਼ਬਦ ਕਿਤੇ ਕਿਤੇ ਗੁਰੂ ਸਾਹਿਬ ਜੀ ਐਂ ਜਿਵੇਂ ਸਾਡਾ ਪੂਰਾ, ਜਦੋਂ ਤੁਸੀਂ ਸ਼ਬਦ ਸੁਣਦੇ ਹੋ ਧਿਆਨ ਨਾਲ, ਜਿਹੜੇ ਹੁਣੇ ਗੁਰੂ ਸਵਾਰੇ ਸ਼ਬਦ ਪੜ੍ਹ ਰਹੇ ਸੀ, ਤੇ ਐਂ ਲੱਗਦਾ ਜਿਵੇਂ ਸਾਡੀ ਤਸਵੀਰ ਬਾਬਾ ਕਬੀਰ ਜੀ ਬਣਾਉਂਦੇ ਹੋਣ, ਜਿਵੇਂ ਸਾਡਾ ਨਕਸ਼ਾ ਬਣਾ ਕੇ ਸਾਨੂੰ ਵਿਖਾਉਂਦੇ ਹੋਣ ਵੀ ਆਹ ਹਾਲਤ ਹੈ ਤੇਰੀ, ਇੱਦਾਂ ਦਾ ਆ ਤੂੰ। ਇਸੇ ਕਰਕੇ ਅਸੀਂ ਬਹੁਤਾ ਸਾਂਝ ਬਾਣੀ ਨਾਲ ਨਹੀਂ ਰੱਖਦੇ। ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ। ਕੀ ਕੀਤਾ? ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਾਨੁਖ ਜਨਮ ਹੈ ਹਾਰਿਓ। ਡੰਗਰ ਬਣ ਗਿਆ ਤੂੰ। ਮਤਾਂ ਕੋਈ ਮੇਰੇ ਤੇ ਗੁੱਸਾ ਕਰੇ, ਬਾਬਾ ਕਬੀਰ ਜੀ ਦਾ ਸ਼ਬਦ ਹੈ। ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਤੰਦੈ ਝੂਠ। ਸਵਾਨ ਸੂਕਰ ਬਾਇਸ ਜਿਵੇਂ, ਫਟਕਤ ਚਾਲਿਓ ਊਠ। ਆਪਸ ਕੋ ਦੀਰਘ ਕਰ ਜਾਣੈ, ਔਰਨ ਕੋ ਲਗ ਮਾਤ। ਸਾਰਿਆਂ 'ਚ ਪ੍ਰੋਬਲਮ ਹੈ। ਆਪਣੇ ਆਪ ਨੂੰ ਬੰਦਾ ਸ੍ਰੇਸ਼ਟ ਮੰਨਦਾ, ਦੂਜੇ ਨੂੰ ਐਵੇਂ ਹੀ ਮੰਨਦਾ। ਸਾਰਿਆਂ 'ਚ ਹੈ ਪ੍ਰੋਬਲਮ ਇਹ। ਧਾਰਮਿਕ ਬੰਦਿਆਂ 'ਚ ਜ਼ਿਆਦਾ ਆ ਆਮ ਬੰਦਿਆਂ ਨਾਲੋਂ। ਧਾਰਮਿਕ ਬੰਦੇ ਤੇ ਇੰਨੇ ਲੋਥ ਪੋਥ ਨੇ ਨਾ ਇਸ ਬਿਮਾਰੀ ਨਾਲ। ਹਰ ਬੰਦਾ ਆਪਣੇ ਆਪ ਨੂੰ ਜਸਟੀਫਾਈ ਕਰਦਾ। ਆਪਸ ਕੋ ਦੀਰਘ ਕਰ ਜਾਣੈ, ਔਰਨ ਕੋ ਲਗ ਮਾਤ। ਮਨ ਸਾਬਾਚਾ ਕਰਮ ਨਾ, ਮੈਂ ਦੇਖੇ ਦੋਜਕ ਜਾਤ। ਕਾਮੀ ਕ੍ਰੋਧੀ ਚਾਤੁਰੀ। ਓਏ ਕਾਮ 'ਚ ਮਸਤਿਆ, ਓਏ ਕ੍ਰੋਧ 'ਚ ਦੀਵਾਨੇ ਹੋਏ ਬੰਦਿਆ, ਓਏ ਚਲਾਕ ਬੰਦਿਆ। ਕਾਮੀ ਕ੍ਰੋਧੀ ਚਾਤੁਰੀ, ਬਾਜੀਗਰ ਬੇਕਾਮ। ਨਿੰਦਾ ਕਰਤੇ ਜਨਮ ਸਿਰਾਨੋ, ਕਬਹੂ ਨ ਸਿਮਰਿਓ ਰਾਮ। ਕਹਿ ਕਬੀਰ ਚੇਤੈ ਨਹੀਂ। ਆਹ ਹਾਲ ਹੈ ਸਾਡਾ। ਰਾਮ ਨਾਮ ਜਾਣਿਓ ਨਹੀਂ, ਕੈਸੇ ਉਤਰਸ ਪਾਰ। ਕਹਿ ਕਬੀਰ ਚੇਤੈ ਨਹੀਂ, ਮੂਰਖ ਮੁਗਧ ਗਵਾਰ। ਆਓ ਗੁਰੂ ਕੇ ਪਿਆਰਿਓ, ਗਵਾਰ ਪੁਣਾ ਛੱਡੀਏ। ਜੇ 21ਵੀਂ ਸਦੀ 'ਚ ਵੀ ਸਿੱਖ ਗਵਾਰ ਰਹਿ ਗਿਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਗੁਰੂ ਦੇ ਹੁੰਦਿਆਂ ਅਸੀਂ ਗਵਾਰ ਰਹਿ ਗਏ, ਤੇ ਸਾਡੇ ਤੋਂ ਵੱਧ ਬਦਕਿਸਮਤ ਦੁਨੀਆ ਤੇ ਕੋਈ ਨਹੀਂ ਹੋਣਾ। ਸਿੱਖਾ ਇਹ ਕਹਿ ਕੇ ਨਹੀਂ ਸਰ ਜਾਣਾ ਵੀ ਤੇਰਾ ਗੁਰੂ ਬਹੁਤ ਮਹਾਨ ਹੈ।
ਇਹ ਨਾ ਕਹਿ ਸਾਡੇ ਗੁਰੂ ਵਰਗਾ ਦੁਨੀਆ 'ਚ ਕੋਈ ਨਹੀਂ, ਇਹ ਦੱਸ ਵੀ ਇਸ ਗੁਰੂ ਨੂੰ ਮੱਥਾ ਟੇਕਣ ਵਾਲਿਆਂ ਵਰਗਾ ਦੁਨੀਆ 'ਚ ਕੋਈ ਨਹੀਂ, ਫਿਰ ਸਵਾਦ ਆਏਗਾ, ਆਨੰਦ ਫੇਰ ਆਓ। ਇਹ ਕਹਿਣਾ ਤੇ ਬਹੁਤ ਵਧੀਆ ਹੁੰਦਾ ਵੀ ਸਾਡਾ ਗੁਰੂ ਬਹੁਤ ਮਹਾਨ ਹੈ। ਤੇਰੇ 'ਚ ਗੁਰੂ ਵਾਲੀ ਜਿਹੜੀ ਮਹਾਨਤਾ ਹੈ ਉਹਨੂੰ ਪੱਲੇ ਬੰਨ੍ਹ। ਇਹ ਨਕਸ਼ਾ ਆ ਸਾਡੀ ਜ਼ਿੰਦਗੀ ਦਾ, ਤੁਸੀਂ ਵੇਖਿਓ ਖਾਣ ਪੀਣ ਸਾਰਾ ਕੁਝ ਇਹਦੇ ਆਲੇ ਦੁਆਲੇ ਘੁੰਮਦਾ। ਈਵਨ ਤੁਸੀਂ ਗੁਰਦੁਆਰਿਆਂ ਦਾ ਮਾਹੌਲ ਵੀ ਖਾਣ ਪੀਣ ਤੇ ਪੱਕਾ ਕਰਤਾ ਲਿਆਣ ਕੇ। ਗੁਰਦੁਆਰਾ ਗੁਰੂ ਦੀ ਸੰਗਤ ਕਰਕੇ ਨਹੀਂ ਜਾਣਿਆ ਜਾਂਦਾ, ਗੁਰੂ ਦੇ ਕਿੱਡੀ ਬਦਕਿਸਮਤੀ ਹੈ ਇਹ। ਨਹੀਂ ਭਾਈ, ਸ਼ਹੀਦੀਆਂ ਲੰਗਰ ਲਈ ਨਹੀਂ ਹੋਈਆਂ, ਨੀਹਾਂ 'ਚ ਸਾਹਿਬਜ਼ਾਦੇ ਲੰਗਰ ਲਈ ਨਹੀਂ ਚਿਣਾਏ ਗਏ। ਕਿਉਂ ਨਹੀਂ ਸਮਝ ਪਾਏ ਅਸੀਂ? ਏਡੀਆਂ ਵੱਡੀਆਂ ਕੁਰਬਾਨੀਆਂ ਕਾਹਦੇ ਲਈ ਹੋਈਆਂ ਨੇ? ਜ਼ਰੂਰ ਜ਼ੋਰ ਦਿਓ, ਜ਼ਰੂਰ ਧਿਆਨ ਦਿਓ, ਜ਼ਿੰਮੇਵਾਰੀ ਸੰਭੋ ਆਪਣੀ ਆਪਣੀ। ਹਰ ਵੀਰ ਭੈਣ ਜਿੰਨੇ ਜੋਗਾ ਹੈ ਓਨਾ ਯੋਗਦਾਨ ਪਾਵੇ। ਜੇ ਆਪਣਾ ਘਰ ਸਮਝਦੇ ਆ ਇਹਨੂੰ, ਜੇ ਸਾਰਿਆਂ ਨੂੰ ਆਪਣਾ ਘਰ ਲੱਗਦਾ ਤੇ ਉਹ ਆਪਣੇ ਘਰ ਨੂੰ ਬਚਾਈਏ। ਨਹੀਂ ਤੇ ਇਹ ਚੇਤਾ ਰੱਖਿਓ, ਡੂਬੇਗੀ ਕਿਸ਼ਤੀ तो डूबोगे सारे, ना बचोगे तुम ते ना साथी तुम्हारे। ਇਹ ਨਾ ਸੋਚੋ ਵੀ ਕਿਸੇ ਨਾਲ ਹੀ ਹੋਣੀ ਹੈ, ਇਹ ਸਾਰਿਆਂ ਨਾਲ ਹੋਣੀ ਹੈ। ਜਦੋਂ ਯਹੂਦੀਆਂ ਦੇ ਬਾਰੇ ਅਸੀਂ ਪੜ੍ਹਦੇ ਆ ਨਾ, ਇੱਕ ਵਾਰ ਯਹੂਦੀਆਂ ਨੂੰ ਚੈਂਬਰ 'ਚ ਪਾ ਕੇ ਸਾੜਿਆ ਗਿਆ। ਇੱਕ ਵਾਰ ਹਿਟਲਰ ਨੇ ਧੱਕਾ ਕੀਤਾ ਉਹਨਾਂ ਨਾਲ, ਯਹੂਦੀਆਂ ਨੇ ਸਹੁੰ ਖਾ ਲਈ ਉਹਦੇ ਤੋਂ ਬਾਅਦ ਵੀ ਹੁਣ ਮਾਰ ਨਹੀਂ ਖਾਣੀ ਦੁਬਾਰਾ। ਅੱਜ ਪੂਰੀ ਦੁਨੀਆ ਦੀ ਇਕੋਨਮੀ ਯਹੂਦੀਆਂ ਦੇ ਹੱਥ ਵਿੱਚ ਹੈ। ਇੱਕ ਵਾਰ ਮਾਰ ਖਾਧੀ ਉਹਨਾਂ ਨੇ, ਆਪਾਂ ਕਿੰਨੀ ਵਾਰ ਖਾਧੀ ਹੈ, ਕਿੰਨੀ ਖਤਾ ਖਾਂਦੇ ਆ ਆਪਾਂ। ਸੋ ਗੁਰੂ ਕੇ ਪਿਆਰਿਓ, ਆਓ ਪਿਆਵੰਤ ਸ਼ਬਦ ਨਾਲ ਜੁੜਦੇ ਹਾਂ। ਮੈਂ ਇਸ ਸ਼ਬਦ ਦੀ ਗੱਲ ਵੀ ਤੁਹਾਡੇ ਨਾਲ ਥੋੜ੍ਹੀ ਜਿਹੀ ਆਪਾਂ ਕਰਾਂਗੇ। ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤ ਗੁਰ ਪ੍ਰਸਾਦ ਮਲਾਰ, ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤ ਤੇ। ਕਿਹੜੀ ਭਗਤੀ ਹੈ ਜਿਹਦੇ ਨਾਲ ਰੱਬ ਮਿਲਦਾ ਹੈ? ਉਹ ਭਗਤੀ ਦੱਸੋ। ਸਾਧ ਸੰਗਤ ਪਾਈ ਪਰਮ ਗਤੇ, ਆ ਭਗਤੀ ਹੈ। ਪਹਿਲੇ ਬੰਦ 'ਚ ਰਹਾਉ ਵਾਲੇ 'ਚ ਸਵਾਲ ਕਰਦੇ, ਦੂਜੇ 'ਚ ਜਵਾਬ ਦਿੰਦੇ। ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤ ਤੇ, ਸਾਧ ਸੰਗਤ ਪਾਈ ਪਰਮ ਗਤੇ ਰਹਾਓ। ਮੈਲੇ ਕਪਰੇ ਕਹਾਂ ਲੋ ਧੋਵੋ, ਆਵੇਗੀ ਨੀਂਦ ਕਹਾਂ ਲਗ ਸੋਵੋ। जोई जोई जोरियो, सोई सोई फाटियो। झूठे बनज उठ ही गई हाटियो। कहो रविदास पायो जब लिखो, लिखा होएगा जदों तो रोज लिखा करया करो। ਲਿਖਾ ਜੋਖਾ ਬਹੁਤ ਜ਼ਰੂਰੀ ਹੈ। ਕੀਤਾ 550 ਸਾਲਾ ਮਨਾ ਕੇ ਲੇਖਾ ਸਾਡੇ ਕੌਮ ਦੇ ਆਗੂਆਂ ਨੇ। 50 ਕਰੋੜ ਖਰਚ ਕੇ ਪ੍ਰਾਪਤ ਕੀ ਹੋਇਆ? ਕੀਤਾ ਲੇਖਾ ਜੋਖਾ? ਨਾ, ਮਤਲਬ ਨਹੀਂ ਬਣਦਾ। ਜੇ ਲੇਖਾ ਜੋਖਾ ਕਰਨ ਬਹਿੰਦੇ ਨਾ ਕਿਤੇ, ਤੇ ਫਿਰ ਪਤਾ ਕੀ ਲੇਖੇ ਜੋਖੇ 'ਚ ਆਉਣਾ ਸੀ ਵੀ ਕਰੋੜਾਂ ਰੁਪਈਆ ਖਰਚ ਕੇ ਸਿੱਖ ਕੌਮ ਪਹਿਲਾਂ ਨਾਲੋਂ ਵੀ ਹੈਲਥ ਪ੍ਰੋਬਲਮ ਵਿੱਚ ਆਈ। ਐ ਆਉਣੀਆਂ ਸੀ ਰਿਪੋਰਟਾਂ ਜੇ ਆਪਾਂ ਲੇਖਾ ਜੋਖਾ ਕਰਦੇ ਤੇ। ਤਾਂ ਹੀ ਨਹੀਂ ਕਰਨ ਦਿੰਦੇ ਅਗਲੇ। ਮਾਨਸਿਕ ਤਣਾਅ ਵਧੇ ਸਾਡੇ। ਅਸੀਂ ਪਰੇਸ਼ਾਨੀਆਂ ਮੁੱਲ ਲਈਆਂ। ਲੈਣਾ ਸਬਕ ਸੀ ਗੁਰੂ ਸਾਹਿਬ ਜੀ ਦਾ 550 ਸਾਲਾ ਮਨਾਉਂਦੇ ਆ। कौह रविदास पयो जब लेखो, जोई जोई कीनो सोई सोई देखियो। जोई जोई कीनो, जो जो आपां कीता ओहो ओहो दिस रिया।
ਜੋ ਜੋ ਮੈਂ ਕੀਤਾ ਆ ਇਹ ਪੱਕਾ ਰੱਖਣੀ ਆਪਣੇ ਦਿਮਾਗ 'ਚ ਗੱਲ। ਮਤਾਂ ਇਹ ਲਾਮੇ ਦਿਓ ਰੱਬ ਨੂੰ ਵੀ ਪ੍ਰਮਾਤਮਾ ਐਂ ਕਰਦਾ, ਰੱਬ ਐਂ ਕਰਦਾ, ਰੱਬ ਹੀ ਸ਼ਾਇਦ। ਕਈ ਬੰਦੇ ਕਹਿਣਗੇ ਮਾਲਕ ਦੀ ਮਰਜ਼ੀ ਹੈ, ਕੋਈ ਸਿੱਖ ਕੌਮ ਸ਼ਾਇਦ ਗੁੰਮਰਾਹ ਹੀ ਹੋਣੀ ਹੈ ਤਾਂ ਇਦਾਂ ਹੋ ਰਿਹਾ। ਕਈ ਬੰਦੇ ਨਾ ਦੋਹਰੇ ਦੇ ਅਰਥ ਇੰਨੇ ਕਰਦੇ ਨਾ, ਦੋਹਰਾ ਨਹੀਂ ਆਉਂਦਾ। ਖੁਆਰ ਹੋਏ ਸਭ ਮਿਲਣਗੇ, ਕਹਿੰਦੇ ਇਹ ਤਾਂ ਮਹਾਰਾਜ ਨੇ ਆਪ ਹੀ ਕਿਹਾ ਵੀ ਇਹਨੂੰ ਖੁਆਰ ਹੋ ਕੇ ਫਿਰ ਹੀ ਮਿਲਣਾ ਆਉਣਾ। ਹੱਦ ਹੈ। ਇਹ ਕਿਹੋ ਜਿਹੀ ਬਾਣੀ ਹੈ, ਕਿਹੋ ਜਿਹਾ ਸਿਧਾਂਤ ਹੈ। ਕੋਈ ਵੀ ਮਾਂ-ਬਾਪ ਐਂ ਥੋੜ੍ਹੀ ਸੋਚਦਾ ਹੁੰਦਾ ਵੀ ਉਹਦੇ ਆਪਣੇ ਬੱਚੇ ਪਹਿਲਾਂ ਖੁਆਰ ਹੋਣ ਫਿਰ ਮਿਲਣਗੇ। ਖੈਰ ਉਸ ਬੰਨੇ ਮੈਂ ਨਾ ਜਾਵਾਂ। ਗੁਰੂ ਸਾਹਿਬ ਜੀ ਕਹਿੰਦੇ ਜੋ ਕੀਤਾ ਉਹ ਪਾਉਣਾ ਪੈਣਾ। ਆਓ ਇੱਕ ਵਾਰ ਪਿਆਰ ਨਾਲ, ਜਿੱਥੇ ਕੀਰਤਨ ਨਾਲ ਸਾਂਝ ਬਣਾ ਰਹੇ ਸੀ, ਚੰਦ ਘੜੀ ਵਿਚਾਰ ਨਾਲ ਜੁੜਦੇ ਹਾਂ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾ ਲਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਸਾਹਿਬਾਨਾਂ ਦੀ ਬਾਣੀ ਚੱਲਦੀ ਹੈ। ਮਲ੍ਹਾਰ ਰਾਗ ਦਾ ਅਖੀਰਲਾ ਪਾਵਨ ਸ਼ਬਦ ਹੈ, ਭਗਤ ਰਵਿਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ, ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1293 ਉੱਪਰ ਸੁਭਾਇਮਾਨ ਹੈ, ਜਿਸ ਦਾ ਪਾਠ ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਕਰ ਸਕਦੇ ਹੋ। ਕੋਸ਼ਿਸ਼ ਕਰਿਆ ਕਰੋ। ਮੈਂ ਹਮੇਸ਼ਾ ਕਹਿੰਦਾ, ਜੇ ਬਾਬੇ ਨਾਨਕ ਤੇ ਕੋਈ ਪਰਉਪਕਾਰ ਕਰਨਾ ਤੇ ਇੰਨਾ ਕੁ ਕਰੋ, ਜੋ ਬਾਬਾ ਨਾਨਕ ਤੁਹਾਡੇ ਲਈ ਲਿਖ ਗਿਆ ਉਹਨੂੰ ਇੱਕ ਵਾਰ ਪੜ੍ਹਨ ਦਾ ਹੀ ਆ ਕਰੋ। ਇਹ ਪਰਉਪਕਾਰ ਕਰੋ ਗੁਰੂ ਨਾਨਕ ਸਾਹਿਬ ਤੇ। ਜੇ 550 ਸਾਲਾ ਮਨਾ ਹੀ ਲਿਆ, ਆਓ ਬਾਬੇ ਨਾਨਕ ਦੇ ਬੋਲ ਪੜ੍ਹੀਏ। ਬਾਬੇ ਨਾਨਕ ਨੇ ਸਾਨੂੰ ਕੀ ਦੱਸਿਆ, ਕੀ ਸਮਝਾਇਆ, ਕੀ ਲਿਖ ਗਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇੰਨੀ ਕੁ ਹਿੰਮਤ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਾਲੇ ਪੱਖ ਨੂੰ ਜਾਣੀਏ। ਤੇ ਜਿੰਨਾ ਕੁਝ ਆਲੇ ਦੁਆਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਅਲੱਗਾ ਸਾਡੇ ਦਿਮਾਗ 'ਚ ਪਾਇਆ ਜਾ ਰਿਹਾ, ਉਹ ਤਾਂ ਹੀ ਹੋਏਗਾ ਜੇ ਦੂਜਾ ਪਾਸਾ ਜਾਣੋਗੇ ਉਹਦਾ। ਤੇ ਜਦੋਂ ਅਸੀਂ ਇੱਥੋਂ ਗੱਲ ਕਹਿੰਦੇ ਆ ਨਾ ਵੀ ਇਹ ਮਨਮਤ ਹੈ, ਤੇ ਤੁਹਾਨੂੰ ਐਂ ਲੱਗਦਾ ਵੀ ਜਾਣ ਕੇ ਕਰਦੇ ਨੇ, ਤੁਹਾਨੂੰ ਯਕੀਨ ਨਹੀਂ ਆਉਂਦਾ। ਕਿਉਂਕਿ ਲੰਮੇ ਸਮੇਂ ਤੋਂ ਸੁਣ ਕੇ ਨਾ, ਜੇ ਇੱਕ ਝੂਠ ਨੂੰ 100 ਵਾਰ ਸੱਚ ਕਹਿ ਦਿੱਤਾ ਜਾਏ ਤੇ ਝੂਠ ਸੱਚ ਦਾ ਭੁਲੇਖਾ ਪਾਉਣ ਲੱਗ ਜਾਂਦਾ। ਤੇ ਇੱਕ ਝੂਠ ਨੂੰ 100 ਵਾਰ ਸੱਚ ਕਹਿ ਦਿੱਤਾ ਜਾਏ ਤੇ ਫਿਰ ਝੂਠ ਸੱਚਾ ਲੱਗਣ ਲੱਗ ਜਾਂਦਾ। ਇਹ ਆਮ ਦੁਨੀਆ ਨਾਲ ਵਾਪਰਦਾ ਹੈ। ਤੁਸੀਂ ਕਦੀ ਵੇਖਣਾ, ਜਿਹੜੇ ਬੰਦਿਆਂ ਨੇ ਜਿਹੜੀ ਗੱਲ ਮਨਾਉਣੀ ਹੁੰਦੀ ਹੈ ਨਾ, ਉਹ ਫਿਰ ਇੱਦਾਂ ਕਹਿੰਦੇ, ਇੱਥੇ ਫਿਰ ਐਂ ਕਿਉਂ ਹੈ, ਇੱਥੇ ਐਂ ਕਿਉਂ ਹੈ, ਇੱਥੇ ਐਂ ਕਿਉਂ। 15 20 50 ਵਾਰ ਉਹ ਝੂਠੀ ਗੱਲ ਨੂੰ ਇੰਨਾ ਪਬਲਿਸਿਟੀ ਦਿੰਦੇ ਨੇ ਨਾ, ਇੰਨਾ ਪ੍ਰਚਾਰ ਕਰਦੇ ਨੇ ਉਹਦਾ, ਫਿਰ ਸਾਨੂੰ ਸੱਚੀ ਮੁੱਚੀ ਲੱਗਣ ਲੱਗ ਜਾਂਦਾ ਵੀ ਐਂ ਹੀ ਹੋਣਾ ਹੈ। ਕਿਉਂਕਿ ਜਦੋਂ ਦੱਸਣਾ ਸਾਨੂੰ ਵਾਰ-ਵਾਰ ਇੱਦਾਂ ਆ, ਇਸ ਲਈ ਆਪਣੇ ਆਪ ਦੀ ਸਮਝ ਜਿਹੜੀ ਹੈ ਨਾ ਉਹ ਡਿਵੈਲਪ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝੋ। ਜਪਜੀ ਸਾਹਿਬ ਵਾਲੇ ਬੰਨੇ ਹੀ ਧਿਆਨ ਦਿਓ। ਇੰਨਾ ਪਰਉਪਕਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੇ ਕਰੀਏ। ਇਹ ਪਾਵਨ ਸ਼ਬਦ ਆਪ ਪੜ੍ਹੋ, ਆਪ ਸਮਝੋ। ਗਰੀਬ ਨਿਵਾਸ ਸੱਚੇ ਪਾਤਸ਼ਾਹ ਭਗਤ ਰਵਿਦਾਸ ਜੀ ਮੰਗਲਾਚਰਨ ਲਿਖਦੇ, ਏਕ ਓਂਕਾਰ ਸਤਿਗੁਰ ਪ੍ਰਸਾਦ, ਜਿਹਦਾ ਅਰਥ ਹੈ ਪ੍ਰਮਾਤਮਾ ਇੱਕ ਹੈ। ਗੁਰੂ ਦੀ ਰਹਿਮਤ ਨਾਲ ਉਹ ਸਮਝ ਵਿੱਚ ਆਉਂਦਾ ਹੈ, ਜਿਹੜਾ ਜਰਰੇ ਜਰਰੇ 'ਚ ਵੱਸਦਾ ਹੈ। ਰੱਬ ਇੱਕ ਹੈ, ਰੱਬ ਦੋ ਨਹੀਂ ਹਨ। ਜਿਹੜਾ ਧਰਮ ਗ੍ਰੰਥ ਆਪਣੇ ਰੱਬ ਦੀ ਪਰਿਭਾਸ਼ਾ ਅਲੱਗ ਦਿੰਦਾ, ਉਹ ਧਰਮ ਗ੍ਰੰਥ ਨਹੀਂ ਹੋ ਸਕਦਾ, ਉਹ ਕਿਸੇ ਫਿਰਕੇ ਦਾ ਗ੍ਰੰਥ ਹੋ ਸਕਦਾ। ਅਸੀਂ ਦਾਅਵੇ ਨਾਲ ਤਾਂ ਕਹਿੰਦੇ ਹਾਂ ਸਾਡਾ ਗ੍ਰੰਥ ਧਰਮ ਗ੍ਰੰਥ ਹੈ। ਅਸੀਂ ਤਾਂ ਗੁਰੂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ। ਸਾਡੇ ਨਾਲ ਕੋਈ ਟੇਬਲ ਟਾਕ ਬਹਿ ਕੇ ਗੱਲ ਕਰ ਲੈ, ਹਜ਼ਾਰਾਂ ਉਹਦੇ ਸਵਾਲ ਹੋਣਗੇ, ਉਹਦੇ ਜਵਾਬ ਦੇਵਾਂਗੇ। ਸਾਡੇ ਸਵਾਲਾਂ ਦੇ ਜਵਾਬ ਦੇ ਦੇਣ ਵੀ ਧਰਮ ਗ੍ਰੰਥ ਕਿਵੇਂ ਕਿਹਾ ਜਾਂਦਾ ਕਿਸੇ ਗ੍ਰੰਥ ਨੂੰ। ਜਿਹੜੇ ਗ੍ਰੰਥ ਕਿਸੇ ਫਿਰਕੇ ਦੀ ਗੱਲ ਕਰਦੇ ਆ, ਜਿਹੜੇ ਗ੍ਰੰਥ ਕਿਸੇ ਖਾਸ ਕੈਟਾਗਰੀ ਦੀ ਗੱਲ ਕਰਦੇ ਆ, ਉਹਨਾਂ ਨੂੰ ਕਿਸੇ ਫਿਰਕੇ ਦਾ ਗ੍ਰੰਥ ਤਾਂ ਮੰਨਿਆ ਜਾ ਸਕਦਾ, ਉਹ ਧਰਮ ਗ੍ਰੰਥ ਨਹੀਂ ਹੋ ਸਕਦੇ। ਧਰਮ ਗ੍ਰੰਥ ਉਹ ਹੁੰਦਾ ਜਿਹਦੇ 'ਚ ਲਿਖਿਆ ਹੋਵੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਜਿਹਦੇ 'ਚ ਲਿਖਿਆ ਹੋਵੇ ਤੂੰ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਰਾ ਜੀਓ। ਜਿਹਦੇ 'ਚ ਇਹ ਗੱਲ ਲਿਖੀ ਹੋਵੇ ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਜਿਹਦੇ 'ਚ ਇਹ ਲਿਖਿਆ ਹੋਵੇ ਪੰਡਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਛੂ ਨਾ ਲੀਆ, ਵਰਤ ਨ ਰਹੋ ਨ ਮਹਿ ਰਮਦਾਨਾ, ਤਿਸ ਸੇਵੀ ਜੋ ਰੱਖੇ ਨਿਧਾਨਾ, ਏਕ ਗੁਸਾਈ ਅੱਲਾ ਮੇਰਾ, ਹਿੰਦੂ ਤੁਰਕ ਦੋਹਾਂ ਨਿਬੇਰਾ, ਹਜ ਕਾਬੇ ਜਾਓ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੂਜਾ। ਜਿਹੜੇ ਕਹਿੰਦੇ ਆ ਹਜ ਜਾ ਕੇ ਅੱਲਾ ਖੁਸ਼ ਹੁੰਦਾ, ਉਹਨਾਂ ਨੂੰ ਕਹੋ ਸਾਡੇ ਕੋਲ ਵਕਤ ਨਹੀਂ ਹਜ ਜਾਣ ਦਾ।
ਜਿਹੜੇ ਕਹਿੰਦੇ ਆ ਕਾਬੇ ਜਾ ਕੇ ਰੱਬ ਮੰਨਦਾ ਆ, ਉਹਨਾਂ ਨੂੰ ਸਮਝਾਓ ਰੱਬ ਕਿਸੇ ਖਾਸ ਥਾਂ ਤੇ ਨਹੀਂ ਬੈਠਾ। ਪਰ ਬਾਬਾ ਨਾਨਕਾ ਤੇਰੇ ਪੁੱਤ ਧੀਆਂ ਤਾਂ ਗੱਲ ਕਰਨਗੇ ਨਾ ਜੇ ਇਹ ਤੈਨੂੰ ਕਿਸੇ ਖਾਸ ਥਾਂ ਤੇ ਨਾ ਮੰਨਦੇ ਹੋਣਗੇ। ਤੇ ਇਹ ਤਾਂ ਤੇਰੇ ਬਾਰੇ ਵੀ ਐਂ ਹੀ ਮੰਨਦੇ ਨੇ, ਤੇਰੇ ਸਿੱਖ ਵਿਆਖਿਆ ਐਂ ਕਰਦੇ ਨੇ ਬਾਣੀ ਦੀ। ਹੁਣ ਸਿੱਖਾਂ ਸਾਰਿਆਂ 'ਚ ਸਾਡੇ ਹੈ ਹੀ ਹੈ, ਗੁਰੂ ਕਿੱਥੇ ਰਹਿੰਦਾ ਹੈ ਜੀ? ਬੋਲ ਕੇ ਦੱਸਿਓ ਮੈਨੂੰ, ਦੱਸਿਓ ਉਹ ਜੋ ਹੈ ਗੁਰੂ ਕਿੱਥੇ ਰਹਿੰਦਾ ਆ? ਗੁਰਦੁਆਰੇ। ਫਿਰ ਫਰਕ ਕੀ? ਹਾਂ, ਹਿਰਦੇ 'ਚ ਵੱਸਦਾ ਹੈ। ਸਾਡੇ ਗੁਰੂ ਸਾਹਿਬ ਕਹਿੰਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ। ਮਹਾਰਾਜ ਗੁਰੂ ਨਾਲ ਕਿਵੇਂ ਰਹਿ ਸਕਦਾ? ਗੁਰੂ ਸਾਹਿਬ ਤੇ ਗੁਰਦੁਆਰੇ ਹੀ ਛੱਡ ਜਾਂਦੇ ਹਾਂ ਅਸੀਂ। ਹੁਣੇ ਆ 8:30 ਵਜੇ ਸਾਰਿਆਂ ਘਰ ਚਲੇ ਜਾਣਾ, ਗੁਰੂ ਸਾਹਿਬ ਸਾਡੇ ਨਾਲ ਥੋੜ੍ਹੀ ਜਾਣੇ ਨੇ। ਤੁਸੀਂ ਕਹਿੰਦੇ ਹੋ ਗੁਰ ਮੇਰੇ ਸੰਗ ਸਦਾ ਹੈ ਨਾਲੇ, ਤੇ ਗੁਰੂ ਸਾਹਿਬ ਫਿਰ ਇਹਦੀ ਵਿਆਖਿਆ ਕਰਦੇ ਆ, ਸਮਝਾਉਂਦੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ। ਆ ਰਹਿ ਜਾਣਾ ਸਰੂਪ ਇੱਥੇ, ਮੈਂ ਨਾਲ ਨਾਲ ਹੀ ਜਾਣਾ ਤੇਰੇ। ਇਹ ਹੈ ਉਪਦੇਸ਼ ਸੱਚੇ ਪਾਤਸ਼ਾਹ ਜੀ ਦਾ। ਇਹਨੂੰ ਬਾਣੀ 'ਚ ਲਿਖਿਆ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਇਹਨੂੰ ਬਾਣੀ 'ਚ ਲਿਖਿਆ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ। ਕਿੱਡੀ ਪਿਆਰੀ ਬਾਤ ਹੈ। ਪਰ ਕੀ ਤੁਹਾਨੂੰ ਲੱਗਦਾ ਮੇਰੀ ਕੌਮ ਨੇ ਆਨੰਦ ਸਾਹਿਬ ਪੜ੍ਹਿਆ ਨਹੀਂ ਅਜੇ ਕਿਤੇ? ਤਾਂ ਰੋਜ਼ ਪੜ੍ਹਦੇ ਆ, ਕਿੰਨੀ ਵਾਰ ਪੜ੍ਹਦੇ ਆ। ਖੰਡੇ ਬਾਟੇ ਦੀ ਪੌਲ ਛਕਾਈ ਜਾਂਦੀ ਹੈ, ਆਨੰਦ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ। ਕੀ ਆਨੰਦ ਸਾਹਿਬ ਦੀ ਬਾਣੀ ਅਸੀਂ ਐਂ ਤਾਂ ਮੰਨਦੇ ਹਾਂ ਵੀ ਜਦੋਂ ਖੰਡੇ ਬਾਟੇ ਦੀ ਪੌਲ ਤਿਆਰ ਹੁੰਦੀ ਹੈ, ਜਿਹੜਾ ਉਹ ਖੰਡੇ ਬਾਟੇ ਦੀ ਪੌਲ ਵਿੱਚ ਬਾਣੀ ਘੁਲ ਜਾਂਦੀ ਹੈ, ਇਹਦੇ 'ਚ ਕਿਉਂ ਨਹੀਂ ਘੁਲਦੀ ਬਾਣੀ? ਸਾਡੇ ਖੋਪੜ 'ਚ ਕਿਉਂ ਨਹੀਂ ਪੈਂਦੀ? ਸਾਡੀਆਂ ਅੱਖਾਂ 'ਚ ਕਿਉਂ ਨਹੀਂ ਪੈਂਦੀ? ਸਾਡੀ ਸੁਰਤ 'ਚ ਕਿਉਂ ਨਹੀਂ ਵੱਸਦੀ? ਇੱਕ ਇੱਕ ਚੀਜ਼ ਸਾਡੀ ਸੁਰਤ 'ਚ ਬਹਿਣੀ ਚਾਹੀਦੀ ਹੈ, ਸਾਡੇ ਇਸ ਬ੍ਰੇਨ ਵਿੱਚ, ਇਸ ਦਿਮਾਗ ਵਿੱਚ ਪੈਣੀ ਚਾਹੀਦੀ ਹੈ ਸੱਚੇ ਪਾਤਸ਼ਾਹ ਜੀ ਦੀ ਬਾਣੀ। ਤੇ ਜੇ ਕੱਲਾ ਮੈਂ ਤਾਂ ਕਹਿੰਦਾ ਹੁੰਨਾ ਆਨੰਦ ਸਾਹਿਬ ਵੀ ਨਹੀਂ, ਤੁਸੀਂ ਆਨੰਦ ਸਾਹਿਬ ਦੀਆਂ ਸਿਰਫ ਆਹ ਪੌੜੀ ਚੇਤੇ ਕਰ ਲਓ, ਆਨੰਦ ਭਇਆ ਮੇਰੀ ਮਾਏ ਕਦੋਂ। ਬੋਲਿਓ ਸਤਿਗੁਰੂ ਮੈਂ। ਕਿੰਨੀ ਕੁ ਕੌਮ ਹੈ ਸਾਡੀ ਜਿਹਨੂੰ ਗੁਰੂ ਨੂੰ ਮਿਲ ਕੇ ਆਨੰਦ ਆਉਂਦਾ ਹੈ? ਮੇਰੇ ਵਰਗੇ ਬੰਦੇ ਦੀ ਵੀ ਗੱਲ ਕਰ ਲਓ ਤੁਸੀਂ, ਵਿੱਚ ਹੀ ਆ ਮੈਂ ਵੀ ਤੁਹਾਡੇ। ਇੰਨਾ ਆਨੰਦ ਗੁਰੂ ਨੂੰ ਮਿਲ ਕੇ ਨਹੀਂ ਆਉਂਦਾ ਜਿੰਨਾ ਗੱਪਾਂ ਮਾਰ ਕੇ ਆਉਂਦਾ ਹੈ, ਜਿੰਨਾ ਮਜਲਿਸ 'ਚ ਬਹਿ ਕੇ ਆਉਂਦਾ ਹੈ, ਜਿੰਨਾ ਖੱਚਾਂ ਵੱਢ ਕੇ ਆਉਂਦਾ ਹੈ। ਆਪਾਂ ਕਦੀ ਕਿਹਾ ਗੁਰੂ ਨਾਲ ਮਹਿਫਲ ਸਜਾਈਏ? ਆਪਾਂ ਕਹਿੰਦੇ ਇਕੱਠੇ ਹੋ ਕੇ ਘੜੀ ਮਹਿਫਲ ਸਜਾਈਏ। ਤੁਸੀਂ ਗੁਰੂ ਨੂੰ ਆਪਣੀ ਮਹਿਫਲ 'ਚ ਸ਼ਾਮਿਲ ਹੀ ਨਹੀਂ ਕਰਨਾ ਚਾਹੁੰਦੇ। ਤੇ ਸਤਿਗੁਰੂ ਜੀ ਕਹਿੰਦੇ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ। ਰਵਿਦਾਸ ਜੀ ਕਹਿੰਦੇ ਕਿਹੜੀ ਉਹ ਭਗਤੀ ਹੈ ਜਿਹਦੇ ਨਾਲ ਰੱਬ ਮਿਲਦਾ? ਆਹੀ ਭਗਤੀ ਹੈ ਉਹ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਕੰਮ ਕਰਦਿਆਂ ਹਰ ਵੇਲੇ ਇਦਾਂ ਦਿਮਾਗ ਵਿੱਚ ਚੱਲੇ ਸਾਡੇ ਗੁਰੂ ਸਾਹਿਬ ਜੀ ਆਹ ਕਹਿੰਦੇ ਨੇ, ਸਾਡੇ ਗੁਰੂ ਸਾਹਿਬ ਜੀ ਆਹ ਕਹਿੰਦੇ ਨੇ, ਸਾਡੇ ਗੁਰੂ ਸਾਹਿਬ ਜੀ ਨੂੰ ਆਹ ਚੰਗਾ ਲੱਗਦਾ ਆ, ਸਾਡੇ ਗੁਰੂ ਸਾਹਿਬ ਜੀ ਨੂੰ ਆਹ ਗੱਲਾਂ ਨਹੀਂ ਚੰਗੀਆਂ ਲੱਗਦੀਆਂ। ਇਹ ਭਗਤੀ ਹੈ ਸਾਡੀ। ਬਾਕੀ ਕਿਸੇ ਭਗਤੀ ਨੂੰ ਗੁਰੂ ਸਾਹਿਬ ਜੀ ਨੇ ਪ੍ਰਵਾਨ ਨਹੀਂ ਕੀਤਾ। ਤੇ ਅਸੀਂ ਉੱਠਦੇ ਹਾਂ ਬਹਿੰਦੇ ਹਾਂ ਕੀ ਕਰਦੇ ਆ? ਸ਼ਬਦ ਯਾਦ ਕਰਿਓ। ਹੁਣ ਜਿਹੜਾ ਮੈਂ ਮੰਗਲ ਰੂਪ 'ਚ ਪੜ੍ਹਦਾ ਸੀ ਸ਼ਬਦ ਗੁਰੂ ਸਵਾਰੇ ਪੜ੍ਹ ਕੇ, ਅਸੀਂ ਕਿੱਥੇ ਉੱਠਦੇ ਹਾਂ ਬਹਿੰਦੇ ਹਾਂ? ਗੁਰੂ ਨੂੰ ਯਾਦ ਕਰਦੇ ਹਾਂ। ਗੁਰੂ ਤੇ ਭੁੱਲਿਆ ਰਹਿੰਦਾ ਆ ਸਾਨੂੰ। ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ। ਕੀ ਕੀਤਾ? ਪੇਟ ਭਰਿਓ ਪਸ਼ੂਆ ਜਿਉਂ ਸੋਇਓ। ਡੰਗਰਾਂ ਵਾਂਗੂ ਪੇਟ ਭਰ ਕੇ ਸੌਣਾ ਆਉਂਦਾ ਤੈਨੂੰ। ਮੇਰੇ ਤੇ ਨਹੀਂ ਗੁੱਸਾ ਕਰਨਾ ਕਿਸੇ ਨੇ, ਐਵੇਂ ਵੀ ਇਹ ਬਾਬਾ ਡੰਗਰ ਕਹੀ ਜਾਂਦਾ ਸਾਨੂੰ। ਬਾਬਾ ਕਬੀਰ ਜੀ ਕਹਿੰਦੇ ਆ ਜਿਹਨੂੰ ਮੱਥਾ ਟੇਕਦੇ ਹੋ। 1101 ਨੰਬਰ ਅੰਕ ਹੈ, ਨੋਟ ਕਰ ਲਿਓ। ਮਾਰੂ ਰਾਗ ਵਿੱਚ ਸ਼ਬਦ ਹੈ, ਪੰਨਾ ਨੰਬਰ ਨੋਟ ਕਰ ਲਓ, ਘਰ ਜਾ ਕੇ ਵੇਖ ਲਿਓ। ਗੁਰੂ ਗ੍ਰੰਥ ਸਾਹਿਬ ਮੋਬਾਈਲਾਂ 'ਚ ਹੈਗਾ ਅੱਜ ਕੱਲ੍ਹ, ਗੁਰਬਾਣੀ ਸਰਚਰ ਕਲਿੱਕ ਕਰਿਓ ਜਾ ਕੇ, ਉਹਦੇ 'ਤੇ ਪੜ੍ਹਿਓ ਸ਼ਬਦ, ਇਹਦੇ ਅਰਥ ਵੇਖਿਓ। ਫਿਰ ਅਸੀਂ ਕਹਿੰਦੇ ਹਾਂ ਅਸੀਂ ਕਦੋਂ ਕਬੀਰ ਜੀ ਚੰਗੇ ਲੱਗਦੇ ਆ ਸਾਨੂੰ? ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਾਨੁਖ ਜਨਮ ਹੈ ਹਾਰਿਓ। ਪੇਟ ਭਰ ਕੇ ਪਸ਼ੂਆਂ ਵਾਂਗੂ ਸੌਣਾ, ਘਰਾੜੇ ਮਾਰਨੇ ਆਉਂਦੇ ਤੈਨੂੰ। ਬਹੁਤੀ ਦੁਨੀਆ ਐ ਹੀ ਆ ਨਾ, ਬਸ ਸਾਡਾ ਕੀ ਬਣੂ ਜੀ? ਸਾਡੇ ਪੇਟ ਦਾ ਕੀ ਬਣੂ? ਸਾਡੀ ਰੋਟੀ ਦਾ ਕੀ ਬਣੂ?
ਫਿਕਰ ਹੀ ਇਹ ਪਏ ਨੇ, ਲਾਲੇ ਹੀ ਇਹ ਪਏ। ਸਾਡੇ ਵਰਗਿਆਂ ਨੂੰ ਵੀ ਇਹੋ ਹੀ ਲਾਲੇ ਪਏ ਹੋਏ ਨੇ, ਰੋਟੀ ਦੇ ਲਾਲੇ ਪਏ ਸਾਡੇ ਵਰਗੇ ਬੰਦਿਆਂ ਨੂੰ, ਜਿਹੜੇ ਲੋਕਾਂ ਨੂੰ ਰੋਜ਼ ਸੁਣਾਉਂਦੇ ਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੈ। ਪਰ ਜਦੋਂ ਕਿਤੇ ਗੱਲ ਕਰੋ ਸਾਡੇ ਵਰਗੇ ਬੰਦਿਆਂ ਨਾਲ, ਲਾਲੇ ਇਹਨਾਂ ਨੂੰ ਵੀ ਰੋਟੀ ਦੇ ਹੀ ਪਏ ਹੁੰਦੇ। ਮਾਫ ਕਰਿਓ, ਸਾਡੇ ਵਰਗੇ ਬੰਦੇ ਵੀ ਰਜਿਸਟਰ ਵੇਂਦੇ ਰਹਿੰਦੇ ਵੀ ਹੈ ਮਰਗ ਦਾ ਭੋਗ ਐਰਕੀ ਕੋਈ ਕਿ ਨਹੀਂ, ਹਾਂ ਰੱਖਣਾ ਕਿ ਨਹੀਂ ਪਾਠ ਕੋਈ ਐਰਕੀ। ਮਾਫ ਕਰਿਓ ਮੈਨੂੰ, ਸਾਡੇ ਬੋਲ ਚੁੱਭਦੇ ਆ ਮੇਰੇ ਕਈਆਂ ਨੂੰ, ਪਰ ਸੱਚਾਈ ਇਹੋ ਹੀ ਹੈ ਨਾ। ਕੀ ਬਣੂਗਾ ਸਾਡਾ? ਕਿਹੜੀ ਕੌਮ ਸੀ, ਕੀ ਬਣਾ ਕੇ ਰੱਖਤੀ ਆਪਾਂ, ਕਿੱਥੇ ਲਿਆਣ ਕੇ ਖੜੀ ਕਰਤੀ ਕੌਮ। ਇਹ ਸਾਹਿਬਜ਼ਾਦਿਆਂ ਦੇ ਵਾਰਸ ਨੇ, ਇਹ ਨੇ ਮਾਤਾ ਗੁਜਰ ਕੌਰ ਦੇ ਵਾਰਸ। ਇਹਨਾਂ ਬਦਲੇ ਮਾਤਾ ਗੁਜਰ ਕੌਰ 7 ਤੇ 9 ਸਾਲ ਦੇ ਪੋਤਰੇ ਨੂੰ ਕਹਿੰਦੀ ਸੀ, ਵੇਖਿਓ ਕਿਤੇ ਨੀਹਾਂ 'ਚ ਜਾ ਕੇ ਡੋਲ ਨਾ ਜਾਇਓ ਮੇਰੇ ਬੱਚਿਓ। ਸੌਖਾ ਨਹੀਂ ਪਿਆ ਇਹ ਕਹਾਣੀ ਸੁਣਨੀ ਬਹੁਤ ਚੰਗੀ ਲੱਗਦੀ ਹੈ। ਜਿੱਦਣ ਆਪਣੇ ਤੇ ਬੀਪਤੀ ਨਾ ਕਿਤੇ ਚੀਕਾਂ ਨਿਕਲ ਜਾਂਦੀਆਂ, ਜਿੱਦਣ ਸਾਡੇ ਨਾਲ ਵਾਪਰਦੀ ਹੈ। ਸਾਡੇ ਪੁੱਤ ਮਾੜੇ ਜੇ ਢਿੱਲੇ ਹੋ ਜਾਣ ਨਾ, ਰੋਟੀ ਨਾ ਖਾਵੇ ਇੱਕ ਦਿਨ, ਪੁੱਤ ਹੱਸੇ ਨਾ, ਸਾਡਾ ਪੋਤਰਾ ਖੇਡੇ ਨਾ ਇੱਕ ਦਿਨ, ਜਿਵੇਂ ਰੂਟੀਨ 'ਚ ਖੇਡਦਾ ਆ, ਸਾਡਾ ਰੰਗ ਉੱਡ ਜਾਂਦਾ ਵੀ ਇਹ ਅੱਜ ਹੱਸਦਾ ਕਿਉਂ ਨਹੀਂ ਕੱਲ ਵਾਂਗੂ। ਤੇ ਕੀ ਤੁਹਾਨੂੰ ਲੱਗਦਾ ਮਾਤਾ ਗੁਜਰ ਕੌਰ ਜੀ ਨਹੀਂ ਪਿਆਰ ਕਰਦੀ ਹੋਣੀ ਆਪਣੇ ਪੋਤਰਿਆਂ ਨੂੰ? ਪਰ ਸੂਬੇ ਸਰਹੰਦ ਦੀ ਕਚਹਿਰੀ ਵੱਲ ਤੋਰਦਿਆਂ ਮਾਤਾ ਗੁਜਰ ਕੌਰ ਕਹਿੰਦੀ ਹੈ, ਮੇਰੇ ਪੋਤਿਓ ਲਾਸ਼ਾਂ ਆਉਣ ਤੁਹਾਡੀਆਂ ਬੇਸ਼ੱਕ ਮੇਰੀਆਂ ਅੱਖਾਂ ਦੇ ਸਾਹਮਣੇ, ਪਰ ਮੈਨੂੰ ਇਹ ਨਾ ਕੋਈ ਆਣ ਕੇ ਕਹਿ ਦੇ ਤੇਰੇ ਪੋਤੇ ਡੋਲ ਗਏ ਸੀ ਉੱਥੇ। ਤੇ ਫਤਿਹ ਸਿੰਘ ਅੱਗਿਓਂ 7 ਸਾਲ ਦੀ ਉਮਰ ਕੀ ਹੁੰਦੀ ਹੈ, 7 ਸਾਲ ਦੀ ਤੋਤਲੀ ਜ਼ਬਾਨ 'ਚ ਫਤਿਹ ਸਿੰਘ ਕਹਿੰਦਾ, ਦਾਦੀ ਮਾਂ ਫਿਰ ਕੀ ਹੋਇਆ, ਕੱਲ ਕਹਿੰਦੇ ਸੀ ਇਹਨਾਂ ਨੂੰ ਨੀਹਾਂ 'ਚ ਚਿਣ ਦਾਂਗੇ, ਨੀਹਾਂ 'ਚ ਹੀ ਚਿਣਨਗੇ, ਮਾਰ ਥੋੜੀ ਦੇਣਗੇ। ਕੀ ਕਰ ਲੈਣਗੇ ਵੱਧ ਤੋਂ ਵੱਧ ਸਾਡੇ ਨਾਲ? ਤੇ ਦਾਦੀ ਮਾਂ ਜੇ ਸਾਨੂੰ ਕਹਿਣਗੇ ਨਾ ਤੁਹਾਨੂੰ ਮਾਰ ਦੇਣਾ, ਅਸੀਂ ਫਿਰ ਉਹਨਾਂ ਨੂੰ ਦੱਸਾਂਗੇ ਕੋਈ ਫਰਕ ਨਹੀਂ ਪੈਂਦਾ, ਸਾਡੇ ਦਾਦੇ ਪੜਦਾਦੇ ਇਸੇ ਰਾਹ ਹੀ ਆਏ ਨੇ। ਸਾਡੇ 'ਚੋਂ ਕਿਹੜਾ ਕਹੂ ਅਸੀਂ ਫਤਿਹ ਸਿੰਘ ਦੇ ਵਾਰਸ ਹਾਂ, ਅਸੀਂ ਜੁਝਾਰ ਸਿੰਘ ਜੋਰਾਵਰ ਦੇ ਵਾਰਸ ਹਾਂ? ਸਾਡੇ 'ਚੋਂ ਕਿਹੜਾ ਕਹੂ? ਕਿਉਂ ਨਹੀਂ 1708 ਤੋਂ ਬਾਅਦ ਕਿਤੇ ਅਜੀਤ ਸਿੰਘ ਲੱਭਦਾ? ਅੱਜ ਕਿੱਥੇ ਨੇ ਅਜੀਤ ਸਿੰਘ? ਅੱਜ ਜੋਰਾਵਰ ਸਿੰਘ ਕਿੱਥੇ ਨੇ? ਤੁਹਾਡੇ ਫਤਿਹ ਸਿੰਘ ਕਿੱਥੇ ਨੇ? ਕਿਉਂ ਨਹੀਂ ਫਤਿਹ ਸਿੰਘ ਨੂੰ ਸਮਝ ਲੱਗ ਸਕੀ ਵੀ ਗੁਰੂ ਸਾਹਿਬ ਜੀ ਨੇ ਸਾਡੇ ਲਈ, ਸਾਡੇ ਵੱਡ ਵਡੇਰਿਆਂ ਨੇ ਸਾਡੇ ਲਈ ਕੀ ਕੁਝ ਕੀਤਾ ਹੈ? ਕਿਉਂਕਿ ਪੇਟ ਭਰਨਾ ਅਸੀਂ ਸਿਰਫ ਸਿਖਾਇਆ ਆ, ਅਸੀਂ ਅਕਲ ਦੀ ਗੱਲ ਨਹੀਂ ਕੀਤੀ, ਅਸੀਂ ਨਹੀਂ ਸਮਝਾ ਸਕੇ। ਸਾਧ ਸੰਗਤ ਕਬ ਹੂੰ ਨਹੀਂ ਕੀਨੀ, ਰਚਿਓ ਤੰਦੈ ਝੂਠ। ਕਦੀ ਸਾਧ ਮੀਨਿੰਗ ਗੁਰੂ, ਸੰਗਤ ਮੀਨਿੰਗ ਗੁਰੂ ਦਾ ਸਾਥ। ਅਸੀਂ ਗੁਰਦੁਆਰੇ ਆਉਨੇ ਆ, ਗੁਰੂ ਦਾ ਸਾਥ ਨਹੀਂ ਕਰਦੇ। ਗੁਰਦੁਆਰੇ ਦਾ ਸਾਥ ਹੋਰ ਗੱਲ ਹੈ ਤੇ ਗੁਰੂ ਦਾ ਸਾਥ ਹੋਰ ਗੱਲ ਹੈ। ਸਾਧ ਸੰਗਤ ਕਬ ਹੂੰ ਨਹੀਂ ਕੀਨੀ, ਰਚਿਓ ਤੰਦੈ ਝੂਠ। ਤੇ ਗੁਰੂ ਸਾਹਿਬ ਕਹਿੰਦੇ ਸਵਾਨ, ਸੂਕਰ, ਬਾਇਸ, ਜਿਵੇਂ ਸਵਾਨ ਕਹਿੰਦੇ ਕੁੱਤੇ ਨੂੰ, ਸੂਕਰ ਕਹਿੰਦੇ ਸੂਰ ਨੂੰ, ਤੇ ਬਾਇਸ ਕਹਿੰਦੇ ਕਾਂ ਨੂੰ। ਉਹ ਕਹਿੰਦੇ ਤੇਰੀ ਜ਼ਿੰਦਗੀ ਤੇ ਸੂਰ ਤੇ ਕੁੱਤੇ ਤੇ ਕਾਂ ਵਰਗੀ ਹੈ, ਤੈਨੂੰ ਕੀ ਪਤਾ ਬੰਦਾ ਕੀ ਹੁੰਦਾ ਹੈ ਨਹੀਂ। ਅੱਜ ਸੂਰ ਕਿਉਂ ਹੈ ਬੰਦਾ? ਸੁਰਤ ਗੰਦਗੀ 'ਚ ਰਹਿੰਦੀ ਹੈ ਹਮੇਸ਼ਾ। ਕਾਂ ਕਿਉਂ ਹੈ ਬੰਦਾ? ਸਾਡੀ ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗਣਤ ਜਨਮ ਭ੍ਰਸ਼ਟਣੈ। ਗੁਰੂ ਦੀ ਸਿੱਖਿਆ ਤੋਂ ਬਿਨਾਂ ਬੰਦਾ ਲਾਨਤ ਯੋਗ ਹੈ। ਕਿਹੋ ਜਿਹਾ ਹੈ? ਸਤਿਗੁਰੂ ਜੀ ਕਹਿੰਦੇ ਕੂਕਰੈ ਸ਼ੂਕਰੈ ਗਰਦਬੈ ਸਰਪਨੈ ਕਾਕੈ ਤੁਲ ਖਾਲਾ, ਇਹਦੇ ਬਰਾਬਰ ਹੈ। ਸਤਿਗੁਰੂ ਜੀ ਰਹਿਮਤ ਕਰਦੇ, ਰਚਿਓ ਤੰਦੈ ਝੂਠ, ਸਵਾਨ ਸੂਕਰ ਬਿਆਇਸ ਜਿਵੇਂ, ਭਟਕਤ ਚਾਲਿਓ ਊਠ। ਆਪਸ ਕੋ ਦੀਰਘ ਕਰ ਜਾਣੈ, ਔਰਨ ਕੋ ਲਗ ਮਾਤ। ਮਨਸਾ ਬਾਚਾ ਕਰਮ ਨਾ, ਮੈਂ ਦੇਖੇ ਦੋਜਕ ਜਾਤ। ਮਰਨ ਤੋਂ ਬਾਅਦ ਨਹੀਂ ਦੋਜਕ ਜਾਣਾ, ਇੱਥੇ ਦੋਜਕ ਬਣਾਇਆ ਪਿਆ, ਘਰ ਘਰ ਦੋਜਕ ਬਣਿਆ ਪਿਆ। ਅੱਜ ਘਰ ਘਰ ਅਸੀਂ ਸਾਰੇ ਦਾ ਸਾਰਾ ਸਮਾਜ ਦੋਜਕ ਬਣਾਇਆ ਪਿਆ। ਮਰਨ ਤੋਂ ਬਾਅਦ ਦੇ ਦੋਜਕ ਦੀਆਂ ਗੱਲਾਂ ਗੁਰਮਤ ਨਹੀਂ ਕਰਦੀ।
ਕਾਮੀ ਕ੍ਰੋਧੀ ਚਾਤੁਰੀ ਬਾਜੀ ਗਰਬੇ ਕਾਮ, ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨ ਸਿਮਰਿਓ ਰਾਮ। ਕਹਿ ਕਬੀਰ ਚੇਤੈ ਨਹੀਂ ਮੂਰਖ ਮੁਗਧ ਗਵਾਰ, ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ। ਕਿਵੇਂ ਲੰਘੇਗਾ ਇਸ ਸੰਸਾਰ ਸਾਗਰ ਤੋਂ ਪਾਰ? ਇਹ ਭਗਤੀ ਗੁਰੂ ਦੀ ਗੋਦ ਵਿੱਚ ਬਹਿ ਕੇ ਸਮਝ ਆਉਂਦੀ ਹੈ। ਸਾਧ ਸੰਗਤ ਪਾਈ ਪਰਮ ਗਤੇ, ਗੁਰੂ ਦਾ ਸਾਥ ਕਰਕੇ ਪਰਮ ਪਦਵੀ ਹਾਸਲ ਕਰੀਦੀ। ਪਰਮ ਪਦਵੀ ਦਾ ਅਰਥ ਹੈ ਗੁਰੂ ਵਾਲੇ ਗੁਣ ਜੀਵਨ ਵਿੱਚ ਪੈਦਾ ਕਰੀਦੇ ਨੇ। ਸੋ ਜਦੋਂ ਗੁਰਦੁਆਰੇ ਆਈਏ ਫਿਰ 10 ਮਿੰਟ ਬੈਠੀਏ, ਜਿਹੜਾ ਸ਼ਬਦ ਪੜ੍ਹਿਆ ਜਾਂਦਾ ਹੋਵੇ ਉਹਦੇ ਵੱਲ ਧਿਆਨ ਦਈਏ। ਕੀ ਗੁਰੂ ਸਾਹਿਬ ਜੀ ਇਹਦੇ ਰਾਹੀਂ ਸਾਨੂੰ ਦੱਸਣਾ ਚਾਹੁੰਦੇ ਨੇ, ਆਪਣੇ ਆਪ ਤੇ ਉਹ ਗੱਲਾਂ ਟੁਕਾ ਕੇ ਵੇਖੀਏ। ਸਤਿਗੁਰੂ ਜੀ ਰਹਿਮਤ ਕਰਦੇ, ਜੇ ਇੰਜ ਨਾ ਹੋਇਆ, ਪਰਮ ਪਦਵੀ ਨਾ ਪਾ ਸਕਿਆ, ਫਿਰ ਤੂੰ ਚਲੇ ਭਾਵੇਂ ਜਿੱਥੇ ਮਰਜ਼ੀ ਜਾਏ, ਹਾਲ ਤੇਰਾ ਇਹੋ ਹੀ ਰਹਿਣਾ। ਰਵਿਦਾਸ ਜੀ ਦਾ ਅਗਲਾ ਪੱਖ ਵੇਖਿਓ ਸ਼ਬਦ ਵਿੱਚ, ਮੈਲੇ ਕੱਪੜੇ ਕਹਾਂ ਲਓ ਧੋਵੋ। ਮੈਲੇ ਕੱਪੜੇ ਦਾ ਅਰਥ ਹੈ ਮੈਂ ਚਲੇ ਜਿੱਥੇ ਮਰਜ਼ੀ ਜਾਵਾਂ, ਪਰ ਦਿਮਾਗ ਜਿਹੜਾ ਨਾ ਹਮੇਸ਼ਾ ਮੈਲਾ ਮੈਲਾ ਰਹਿੰਦਾ ਆ। ਗੱਲਾਂ ਮੈਲੀਆਂ ਮੈਲੀਆਂ ਹੀ ਕਰਦੇ ਰਹਿੰਦੇ ਹਾਂ। ਅਸੀਂ ਗੰਦਗੀ ਢੋਨੇ ਰਹਿੰਦੇ ਹਾਂ, ਹਮੇਸ਼ਾ ਪਵਿੱਤਰ ਨਹੀਂ ਹੁੰਦੇ ਕਦੇ ਵੀ। ਥਾਂ ਜਿਹੜੀ ਮਰਜ਼ੀ ਹੋਵੇ, ਜਗ੍ਹਾ ਜਿਹੜੀ ਮਰਜ਼ੀ ਹੋਵੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਆਵੇਗੀ ਨੀਂਦ ਕਹਾਂ ਲਗ ਸੋਵੋ। ਤੇ ਜੇ ਮੈਂ ਵਿਕਾਰਾਂ ਦੀ ਨੀਂਦ ਹੀ ਸੁੱਤਾ ਰਿਹਾ, ਫਿਰ ਮੈਨੂੰ ਜਾਗ ਆਉਣੀ ਨਹੀਂ। ਪਿੱਛੇ ਸ਼ਬਦ ਆਪਾਂ ਪੜ੍ਹ ਕੇ ਗਏ ਸਨ ਵੀ ਜਾਗਣਾ ਉਹ ਚੰਗਾ ਜਿਹੜਾ ਰੱਬ ਦੇ ਰੰਗ ਵਿੱਚ। ਉੱਦਾਂ ਤਾਂ ਜਵਾਨੀ ਵੀ ਜਾਗਦੀ ਹੈ ਬਹੁਤ, ਚੋਰ ਵੀ ਜਾਗਦਾ ਆ, ਭੈੜੇ ਲੋਕ ਵੀ ਜਾਗਦੇ ਨੇ। ਜਾਗਣਾ ਵੀ ਤਰ੍ਹਾਂ ਤਰ੍ਹਾਂ ਦਾ ਆ, ਬੜੀ ਤਰ੍ਹਾਂ ਨਾਲ ਜਾਗਦੇ ਨੇ ਲੋਕ। ਜਾਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ। ਹਨੇਰੇ ਦਾ ਫਾਇਦਾ ਦੁਨੀਆ ਚੁੱਕਦੀ ਹੈ, ਜਾਗਦੀ ਬਹੁਤ ਦੁਨੀਆ ਆ। ਸਤਿਗੁਰੂ ਜੀ ਕਹਿੰਦੇ ਜਾਗਣ ਦਾ ਅਰਥ ਵੀ ਹੈ ਅਲਰਟ ਹੋਣਾ, ਸੁਚੇਤ ਹੋਣਾ, ਅੱਖਾਂ ਖੋਲ੍ਹਣੀਆਂ। ਤੇ ਅੱਖਾਂ ਖੋਲ੍ਹਣ ਦਾ ਅਰਥ ਇਹ ਨਹੀਂ ਵੀ ਸਿਰਫ ਅੱਖਾਂ ਬੰਦ ਹੋ ਜਾਣ, ਉਹਨੂੰ ਅੱਖ ਬੰਦ ਕਰਨਾ ਕਹਿੰਦੇ ਨੇ। ਸੁੱਤਾ ਬੰਦਾ ਜਾਗਦਾ ਹੋ ਸਕਦਾ, ਜਾਗਦਾ ਬੰਦਾ ਵੀ ਸੁੱਤਾ ਹੋ ਸਕਦਾ। ਅੱਖਾਂ ਖੁੱਲੀਆਂ ਤੋਂ ਹੀ ਅਸੀਂ ਜਾਗਦੇ ਹੁੰਨੇ ਆ, ਆਪਣੇ ਆਪ ਨੂੰ ਭੁਲੇਖਾ ਪਾਉਂਦੇ ਆ। ਪਰ ਮੇਰੇ ਬਾਬੇ ਦੀ ਬਾਣੀ ਕਹਿੰਦੀ ਹੈ ਨਹੀਂ, ਅੱਖਾਂ ਹੀ ਖੁੱਲੀਆਂ ਨੇ ਤੇਰੀਆਂ, ਅੰਦਰੋਂ ਤੇ ਸੁੱਤਾ ਪਿਆ ਆ ਤੂੰ। ਤੇਰੇ ਕਿਹੜੇ ਵੇਲੇ ਤੇਰੇ ਘਰਾਂ ਚੋਂ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਲੈ ਗਏ ਅਗਲੇ, ਤੇ ਸ਼ਰਾਬ ਦੀਆਂ ਬੋਤਲਾਂ ਦੇ ਬੀਅਰ ਬਾਰ ਬਣਾਤੇ ਅਗਲਿਆਂ ਨੇ, ਤੈਨੂੰ ਪਤਾ ਲੱਗਾ? ਸੁੱਤਾ ਨਹੀਂ ਰਹਿ ਗਿਆ ਤੂੰ। ਬਦਲਤੇ ਨਾ ਤੇਰੇ ਘਰ ਦੇ ਨਕਸ਼ੇ ਅਗਲਿਆਂ ਨੇ। ਤੇਰੇ ਘਰ ਦੇ ਕੰਧ ਤੇ ਭਾਈ ਤਾਰੂ ਸਿੰਘ ਦੀ ਤਸਵੀਰ ਤੇ ਜਗ੍ਹਾ ਤੇ ਕਿਸੇ ਫਿਲਮੀ ਐਕਟਰ ਦੀ ਤਸਵੀਰ ਆ ਗਈ। ਜਾਗਦਾ ਕਿੱਥੇ ਆ ਤੂੰ? ਤੇਰੇ ਬੱਚਿਆਂ ਦੇ ਰੋਲ ਮਾਡਲ ਮਾਤਾ ਭਾਗ ਕੌਰ ਬਣਨ ਦੀ ਬਜਾਏ ਕਿਸੇ ਫਿਲਮ ਦੀ ਹੀਰੋਇਨ ਬਣ ਗਈ। ਜਾਗਦਾ ਹੁੰਦਾ ਤੇ ਐਂ ਕਿਵੇਂ ਹੋ ਜਾਂਦਾ? ਇਹਨੂੰ ਜਾਗਣਾ ਤੇ ਸੌਣਾ ਕਹਿੰਦੇ ਆ। ਅੱਖਾਂ ਬੰਦ ਕਰਨਾ ਜਾਗਣਾ ਨਹੀਂ ਹੁੰਦਾ। ਤੁਹਾਡੇ ਬੱਚਿਆਂ ਦੇ ਉਹ ਇਖਲਾਕੀ ਪੱਧਰ ਜਿਹੜੇ ਕਦੀ ਸਾਡੇ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਸੀ, ਸ਼ਈ ਬਾਬਾ ਸ਼ਈ ਰਨ ਬਸਰੇ ਨੂੰ ਗਈ ਮੋੜੀ ਬਾਬਾ ਡਾਂਗ ਵਾਲਿਆ ਹੋਵੇ ਮੋੜੀ ਬਾਬਾ ਕੱਛ ਵਾਲਿਆ। ਕਹਿੰਦੇ ਸੀ ਜਿੱਥੇ ਪੱਗ ਵਾਲਾ, ਜਿੱਥੇ ਦਸਤਾਰ ਵਾਲਾ, ਜਿੱਥੇ ਕਕਾਰਧਾਰੀ ਬੰਦਾ ਨਜ਼ਰ ਆ ਜਾਏ, ਸਮਝ ਲਓ ਰੱਬ ਦਾ ਰੂਪ ਧਰਤੀ ਤੇ ਫਿਰਦਾ ਆ। ਤੇ ਮੈਂ ਕੱਲ ਬੇਨਤੀ ਕਰਦਾ ਸੀ ਆਪ ਜੀ ਦੇ ਚਰਨਾਂ 'ਚ, ਅੱਜ ਬੰਦੇ ਕਹਿੰਦੇ ਆ ਬਾਕੀਆਂ ਤੋਂ ਬਚਿਓ, ਭਾਵੇਂ ਨਾ ਬਚਿਓ, ਪਰ ਕਕਾਰਾਂ ਵਾਲਿਆਂ ਤੋਂ ਬਚ ਜਿਓ, ਇਹ ਬੜੇ ਖਤਰਨਾਕ ਨੇ। ਇਹ ਹੈ ਕਮਾਈ ਤੁਹਾਡੀ 550 ਸਾਲੇ ਦੀ। ਇਹ ਕਮਾਇਆ ਤੁਸੀਂ 550 ਸਾਲੇ 'ਚ। ਗੁਰੂ ਕੇ ਪਿਆਰਿਓ, ਸੁਚੇਤ ਹੋਵੋ, ਮਤਾਂ ਆਸ ਰੱਖੋ ਸਾਡੇ ਵਰਗੇ ਬੰਦਿਆਂ ਤੇ। ਅਸੀਂ ਸਭ ਰੋਟੀਆਂ ਕਾਰਨ ਪੂਰੇ, ਤਾਲਾਬ ਪਛਾੜੇ ਧਰਤੀ ਨਾਲ, ਟੁਕੜਾਂ ਲਈ ਭੌਂਕਦੇ ਹਾਂ। ਅਸੀਂ ਟੁਕੜਾਂ ਦੀ ਕੌਮ ਬਣ ਗਈ ਹੈ। ਦਰਦ ਜਿਹੜਾ ਅੰਦਰ ਦੀ ਫੀਲਿੰਗ ਹੁੰਦੀ ਹੈ, ਚੌਧਰਾਂ ਦੀ ਭੁੱਖ ਹੈ, ਸਾਰਾ ਕੁਝ ਮਲੀਆ ਮੇਟ ਕਰਕੇ ਰੱਖਤਾ ਸਿੱਖੀ ਦਾ ਅਸੀਂ, ਸਾਡੇ ਵਰਗੇ ਬੰਦਿਆਂ ਨੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ। ਨੀਂਦ ਆ ਗਈ ਹੈ, ਇਸ ਨੀਂਦ ਵਿੱਚ ਕਿਉਂ ਸੌਵਾਂ ਮੈਂ? ਮੇਰੇ ਗੁਰੂ ਨੇ ਜਗਾ ਦਿੱਤਾ ਮੈਨੂੰ, ਮੈਂ ਅੱਖਾਂ ਖੋਲ ਲਈਆਂ ਨੇ, ਹੁਣ ਮੇਰੇ ਤੋਂ ਨਹੀਂ ਸੁੱਤਾ ਜਾਂਦਾ।
ਅਗਲੇ ਕਹਿੰਦੇ ਸੌਂ ਥੋੜਾ ਜਿਹਾ, ਸਾਨੂੰ ਸਵਾਉਣਾ ਚਾਹੁੰਦੇ ਨੇ ਅਗਲੇ, ਲਾਲਚ ਦੇ ਦੇ ਕੇ, ਡਰ ਦੇ ਦੇ ਕੇ। ਸਾਡੇ ਹਿਸਾਬ ਨਾਲ ਕਿਉਂ ਨਹੀਂ ਬੋਲਦੇ? ਜੇ ਅਸੀਂ ਨਹੀਂ ਬੋਲਦੇ ਤੁਹਾਨੂੰ ਜ਼ਿਆਦਾ ਤਕਲੀਫ ਕਿਉਂ ਹੁੰਦੀ ਹੈ? ਕਈ ਬੰਦੇ ਸਾਡੇ ਬਾਰੇ, ਲੈ ਜੇ ਬਾਕੀ ਨਹੀਂ ਬੋਲਦੇ ਤੁਸੀਂ ਕਿਉਂ ਬੋਲਦੇ ਹੋ? ਭਾਈ ਸੌਂ ਗਏ ਹੋਵੋਗੇ ਤੁਸੀਂ, ਸਾਡੇ ਤੋਂ ਨਹੀਂ ਸੁੱਤਾ ਜਾਂਦਾ। ਜਦੋਂ ਨਹੀਂ ਬਾਣੀ ਪੜੀ ਸੀ ਸਾਨੂੰ ਵੀ ਐਂ ਹੀ ਲੱਗਦਾ ਸੀ, ਹੁਣ ਨਹੀਂ ਨੀਂਦ ਆਉਂਦੀ ਰਾਤ ਨੂੰ। ਜਦੋਂ ਬਾਣੀ ਦਾ ਪੱਖ ਵੇਖਿਆ, ਸਾਹਿਬਜ਼ਾਦਿਆਂ ਦੀ ਇਹ ਸ਼ਹਾਦਤਾਂ ਸੌਣ ਨਹੀਂ ਦਿੰਦੀਆਂ। ਉਹ ਤੋਤਲੀਆਂ ਜ਼ੁਬਾਨਾਂ ਨਾਲ ਨੀਹਾਂ 'ਚ ਖੜੇ ਸਵਾਲ ਕਰਦੇ ਨੇ ਸਾਨੂੰ, ਕੀ ਜਵਾਬ ਦਈਏ ਉਹਨਾਂ ਨੂੰ? ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਜੋਈ ਜੋਈ ਜੋਰਿਓ, ਸੋਈ ਸੋਈ ਫਾਟਿਓ। ਜੋ ਜੋ ਤੂੰ ਦਿਮਾਗ ਵਿੱਚ ਕਚਰਾ ਇਕੱਠਾ ਕਰੀ ਜਾਂਦਾ, ਇਹਨੇ ਆਪ ਵੀ ਬਰਬਾਦ ਹੋਣਾ ਤੇ ਤੈਨੂੰ ਵੀ ਬਰਬਾਦ ਕਰਕੇ ਰੱਖ ਦੇਣਾ। ਝੂਠੇ ਬਨਜ ਉੱਠ ਹੀ ਗਈ ਹਟਿਓ। ਝੂਠਾ ਵਪਾਰ ਵੀ ਨਹੀਂ ਰਹਿਣਾ, ਝੂਠੀ ਹੱਟ ਵੀ ਨਹੀਂ ਰਹਿਣੀ। ਆ ਜਾ ਸੱਚੇ ਹੱਟ ਤੇ ਵਿਕਣ ਦੀ ਆਦਤ ਪਾ ਲਾ। ਇਹਨਾਂ ਝੂਠੀਆਂ ਹੱਟੀਆਂ ਤੇ ਬਹੁਤਾ ਚਿਰ ਨਹੀਂ ਠਹਿਰਿਆ ਜਾਣਾ ਤੇਰੇ ਤੋਂ। ਪਾ ਲੈਣਗੇ ਕੀਮਤ ਥੋੜੀ ਬਹੁਤੀ ਤੇਰੀ, ਹੋ ਸਕਦਾ, ਪਰ ਹੱਟੀਆਂ ਝੂਠ ਦੀਆਂ ਨੇ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਕਿਤੇ ਬਾਣੀ ਨੂੰ ਬਾਣੀ ਦੇ ਸੰਦਰਭ ਵਿੱਚ ਸਮਝਣਾ ਆਵੇ। ਕਉ ਰਵਿਦਾਸ ਪਇਓ ਜਬ ਲੇਖੋ। ਜਦੋਂ ਮੈਂ ਲੇਖਾ ਜੋਖਾ ਕਰਕੇ ਵੇਖਾਂਗਾ, ਰੋਜ਼ ਸ਼ਾਮ ਨੂੰ ਆਪਣੇ ਘਰ ਬੈਠਿਆ ਕਰੋ, ਫਿਰ 30-40 ਸਾਲ ਪਿੱਛੇ ਜਾਇਆ ਕਰੋ, ਫਿਰ ਟੱਬਰ 'ਚ ਬਹਿ ਕੇ ਲੇਖਾ ਕਰਿਆ ਕਰੋ ਵੀ ਉਹ ਕੌਮ ਕਿੱਥੇ ਗਈ, ਉਹ ਦਾਦੀਆਂ ਕਿੱਥੇ ਗਈਆਂ, ਉਹ ਮਾਵਾਂ ਕਿੱਥੇ ਗਈਆਂ, ਉਹ ਵੀਰ ਕਿੱਥੇ ਗਏ, ਉਹ ਭੈਣਾਂ ਕਿੱਥੇ ਗਈਆਂ, ਉਹ ਪਿਓ ਕਿੱਥੇ ਗਏ। ਕਰੋ ਲੇਖਾ ਜੋਖਾ ਬਹਿ ਕੇ ਕਦੀ ਘਰਾਂ 'ਚ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਜੋਈ ਜੋਈ ਕੀਨੋ, ਸੋਈ ਸੋਈ ਦੇਖਿਓ। ਜੋ ਜੋ ਤੂੰ ਕਰਦਾ ਆ ਉਹ ਵੇਖਣ ਨੂੰ ਮਿਲਣਾ। ਜੇ ਚਾਹੁੰਨਾ ਤੇਰੀ ਆਉਣ ਵਾਲੀ ਪੀੜ੍ਹੀ ਸਵਰ ਜਾਏ, ਆਪਣੇ ਆਪ ਨੂੰ ਗੁਰੂ ਚਰਨਾਂ ਦੇ ਹਵਾਲੇ ਕਰ, ਬਾਬੇ ਨਾਨਕ ਦੇ ਚਰਨਾਂ ਦਾ ਭੌਰਾ ਬਣਾ। ਆਓ ਗੁਰੂ ਕੇ ਪਿਆਰਿਓ, ਆਪਣੇ ਆਪਣੇ ਯੋਗਦਾਨ ਇਸ ਸਿੱਖੀ ਦੇ ਬੂਟੇ ਲਈ ਪਾਈਏ। ਸਾਡੇ ਵਡੇਰਿਆਂ ਨੇ ਬਹੁਤ ਖੂਨ ਦਾ ਪਾਣੀ ਪਾਇਆ ਇਹਨੂੰ ਜਦੋਂ ਜਦੋਂ ਲੋੜ ਪਈ, ਪਰ ਅਸੀਂ ਇਹਦੇ ਪੱਤੇ ਕੁਮਲਾ ਦਿੱਤੇ, ਅਸੀਂ ਇਹਦੇ ਆਲੇ ਦੁਆਲੇ ਦਾਗ ਪੈਦਾ ਕਰ ਦਿੱਤੇ। ਉਹਦਾ ਕਾਰਨ ਹੈ ਸਾਨੂੰ ਫੀਲਿੰਗ ਨਹੀਂ, ਸਾਡੇ ਅੰਦਰ ਅਹਿਸਾਸ ਨਹੀਂ। ਸਾਨੂੰ ਬਣੀ ਬਣਾਈ ਸਿੱਖੀ ਮਿਲ ਗਈ ਹੈ, ਆਪ ਸਿੱਖੀ ਲਈ ਕਰਨਾ ਕੁਝ ਨਹੀਂ ਪਿਆ, ਇਸ ਕਰਕੇ ਸਾਨੂੰ ਇਹਦੀ ਕਦਰ ਵੀ ਨਹੀਂ। ਜਿਹੜੀ ਚੀਜ਼ ਲਈ ਕਰਨਾ ਪਵੇ ਉਹਦੀ ਕਦਰ ਹੁੰਦੀ ਹੈ। ਆਓ ਅਦਬ ਸਤਿਕਾਰ ਦੇ ਨਾਲ ਦਾਸਰੇ ਦੀਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਮਾਲਕ ਦਾ ਸ਼ੁਕਰ ਕਰਦਿਆਂ ਇਤਿਹਾਸ ਨਾਲ ਜੁੜੋ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।